ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਏਕ ਬੇਰ ਸ਼੍ਰੀ ਗੁਰ ਗਏ ਗ੍ਰਾਮ ਹਰੀ ਕੇ ਥਾਨ ਪ੍ਰਥਮ ਬਾਸ ਤਹ ਕੁਛ ਕੀਓ ਪਹੁੰਚੇ ਮੇਲੀ ਜਾਨ ਏਕ ਬੇਰ ਸ਼੍ਰੀ ਗੁਰ ਗਏ ਗ੍ਰਾਮ ਹਰੀ ਕੇ ਥਾਨ ਪ੍ਰਥਮ ਬਾਸ ਤਹ ਕੁਛ ਕੀਓ ਪਹੁੰਚੇ ਮੇਲੀ ਜਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, जिनके भाग बड़े हैं भाई तन साधु संग मुख जुरे। गुरु गरीब नवाज सतगुरां दी अपार किरपा मेहरामत दे सदका सत संगत दियां पावन पवित्र कड़ियां मानने दा आपां सब नूं सुभाग प्राप्त हो रहा है। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰ
ਨੇਤਰਾਂ ਨੂੰ ਸਫਲਿਆਂ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਦੀ ਪਾਵਨ ਪਵਿੱਤਰ ਵਡਿਆਈ ਕੀਰਤੀ ਸ਼ਰਵਣ ਕਰਨ ਵਾਸਤੇ ਆਪ ਸਭ ਮਾਈ ਭਾਈ ਸੰਗਤਾਂ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸਦੇ ਹੋ। ਜਥਾ ਕੱਲ ਦੇ ਦੀਵਾਨ ਵਿੱਚ ਪ੍ਰਸੰਗ ਆਪ ਜੀਆਂ ਸ਼ਰਵਣ ਕੀਤਾ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਖਡੂਰ ਸਾਹਿਬ ਦੀ ਪਾਵਨ ਧਰਤੀ ਨੂੰ ਭਾਗ ਲਾਏ, ਜਿੱਥੇ ਰਹਿ ਕਰਕੇ ਗਰੀਬ ਨਵਾਜ ਨੇ ਬੇਅੰਤ ਜੀਵਾਂ ਦੀ ਕਲਿਆਣ ਕੀਤੀ। ਬੜੇ ਪਾਮਰ ਪਾਪੀ ਪੁਰਸ਼ ਗੁਰੂ ਗਰੀਬ ਨਵਾਜ ਦੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਪਹੁੰਚਣ ਲੱਗੇ। ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚੋਂ ਜਿਹੜਾ ਅੰਮ੍ਰਿਤ ਡੁੱਲ ਡੁੱਲ ਪੈਂਦਾ, ਉਸ ਦੇ ਨਾਲ ਬੇਅੰਤ ਵੱਡੇ ਵੱਡੇ ਰੋਗਾਂ ਨਾਲ ਗ੍ਰਸੇ ਹੋਏ ਜੀਵਾਂ ਦੇ ਰੋਗ ਦੂਰ ਹੋਣ ਲੱਗੇ। ਸਾਰੀ ਧਰਤੀ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਸੋਭਾ ਵਡਿਆਈ ਦੇ ਨਾਲ ਭਰ ਗਈ ਹੈ। ਫਿਰ ਕਵੀ ਜੀਆਂ ਜ਼ਿਕਰ ਕੀਤਾ, ਮਹਾਰਾਜ ਦੇ ਪਾਸ ਮੱਲੂ ਸ਼ਾਹੀ ਨਾਮ ਦਾ ਇੱਕ ਸਿੱਖ ਗਰੀਬ ਨਵਾਜ ਦੇ ਪਾਸ ਆਇਆ ਤੋ ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਮੁਗਲਾਂ ਦੀ ਫੌਜ ਵਿੱਚ ਸਿਪਾਹੀ ਹਾਂ, ਮਹਾਰਾਜ ਕੀ ਮੇਰਾ ਵੀ ਕਲਿਆਣ ਹੋ ਸਕਦਾ ਹੈ। ਗਰੀਬ ਨਵਾਜ ਜੀਆਂ ਨੇ ਇਸ ਨੂੰ ਅਧਿਕਾਰੀ ਜਾਣ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਜੰਗ ਦੇ ਮੈਦਾਨ ਦੇ ਵਿੱਚ ਕਦੇ ਕੰਡ ਨਾ ਵਿਖਾਵੇ, ਆਪਣੇ ਵਰਣ ਆਸ਼ਰਮ ਦੀ ਕਿਰਿਆ ਮਰਿਆਦਾ ਵਿੱਚ ਪ੍ਰਪੱਕ ਰਹੇ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਕਰਮਾਂ ਦਾ ਸੂਰਮਾ ਬਣ ਕਰਕੇ ਤੇ ਕਦੇ ਜੰਗ ਦਾ ਮੈਦਾਨ ਸਮਾਂ ਆ ਬਣੇ, ਵਿੱਚੋਂ ਪਿੱਠ ਨਾ ਵਿਖਾਵੇ, ਦੌੜੇ ਨਾ। ਇਸ ਪ੍ਰਕਾਰ ਮਹਾਰਾਜ ਨੇ ਦੱਸਿਆ ਕਿ ਭਾਈ ਦੇਹ ਬਚਾ ਕਰਕੇ ਜੰਗ ਦੇ ਮੈਦਾਨ ਚੋਂ ਨੱਠਾਂਗੇ, ਫੇਰ ਦੇ ਸਲਾਮਤ ਰਹੇਗੀ। ਸਮਾਂ ਪਾ ਕਰਕੇ ਜੇ 100 ਵਰਿਆ ਜੀਵਣਾ ਭੀ ਤਨ ਹੋਸੀ ਖੇਹ, ਇਹੋ ਜਿਹੀ ਬਖਸ਼ਿਸ਼ਾਂ ਕੀਤੀਆਂ। ਫਿਰ ਮਹਾਰਾਜ ਦੱਸਦੇ ਆ ਵੀ ਜੇ ਤਾਂ ਜੰਗ ਦਾ ਮੈਦਾਨ ਫਤਿਹ ਹੋ ਜਾਵੇ, ਸਾਰੀ ਸ੍ਰਿਸ਼ਟੀ ਦਾ ਰਾਜ ਮਿਲਦਾ, ਵਡਿਆਈ ਹੁੰਦੀ ਹੈ। ਜੇ ਸੂਰਮਾ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਜਾਵੇ, ਇਹ ਲੋਕ ਵੀ ਸੁਹੇਲਾ ਪਰਲੋਕ ਵੀ ਸੁਹੇਲਾ ਪ੍ਰਭੂ ਨੂੰ ਜਾ ਮਿਲਦਾ ਹੈ। ਇਸ ਦੇ ਬਾਅਦ ਖਾਲਸਾ ਜੀ ਫਿਰ ਇਹ ਭਾਈ ਕੇਦਾਰੀ, ਦੀਪਾ, ਨਾਰਾਇਣ ਦਾਸ, ਬੂਲਾ ਇਤਿਆਦਿ ਇਹਨਾਂ ਸਿੱਖਾਂ ਦਾ ਪ੍ਰਸੰਗ ਵੀ ਆਇਆ, ਜਿਨ੍ਹਾਂ ਆਣ ਬੇਨਤੀ ਕੀਤੀ, ਮਹਾਰਾਜ ਜਗ ਸਾਰਾ ਸੜ ਬਲ ਰਿਹਾ, ਵਿਸ਼ਿਆਂ ਵਿਕਾਰਾਂ ਦੀ ਅੱਗ ਮਹਾਰਾਜ ਸਾਰੇ ਸੰਸਾਰ ਨੂੰ ਸਾੜ ਰਹੀ ਹੈ, ਜੀਵ ਉਸੇ ਵਿੱਚ ਹੀ ਸੜ ਰਹੇ ਆ, ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ, ਕਿਰਪਾ ਕਰਕੇ ਮਹਾਰਾਜ ਮੇਰੀ ਕਲਿਆਣ ਕਰੋ। ਗਰੀਬ ਨਵਾਜ ਜੀਆਂ ਮੇਰਾਮਤ ਕੀਤੀ। ਉੱਥੇ ਪ੍ਰਮਾਣ ਦੇ ਕਰਕੇ ਸਮਝਾਉਂਦੇ ਆ ਭਾਈ ਕੇਦਾਰੀ ਜੀ, ਜਦੋਂ ਜੰਗਲ ਨੂੰ ਦਾਵਾ ਅਗਣ ਲੱਗਦੀ ਹੈ, ਸਾਰੇ ਝਾੜ ਬੂਟੇ ਸੜਦੇ ਆ, ਵਿੱਚ ਰਹਿਣ ਵਾਲੇ ਜੀਵ ਮ੍ਰਿਗ ਆਦਿਕ ਜਿਹੜੇ ਜਾਨਵਰ ਹੈ, ਜਦੋਂ ਉਹਨਾਂ ਨੂੰ ਅੱਗ ਦਾ ਸੇਕ ਲੱਗਦਾ, ਤਪਸ਼ ਪੈਂਦੀ ਹੈ, ਫਿਰ ਭੱਜ ਕੇ ਨਦੀ ਛਾਲ ਮਾਰਦੇ ਆ। ਨਦੀ ਉਹਨਾਂ ਨੂੰ ਬਚਾਉਂਦੀ ਵੀ ਹੈ, ਤਪਸ਼ ਤੋਂ ਠੰਡ ਵੀ ਬਖਸ਼ਿਸ਼ ਕਰਦੀ ਹੈ। ਫਿਰ ਮਹਾਰਾਜ ਕਹਿੰਦੇ ਕਿ ਭਾਈ ਕੇਦਾਰੀ ਜੀ, ਸੰਸਾਰ ਜੰਗਲ ਹੈ, ਵਿਸ਼ਿਆਂ ਵਾਸ਼ਨਾ ਦੀ ਇਹ ਸਾਰੇ ਸੰਸਾਰ ਨੂੰ ਅੱਗ ਲੱਗੀ ਹੋਈ ਹੈ। ਜੀਵ ਜਿਹੜੇ ਉਹ ਕਿਵੇਂ ਆ, ਜਿਵੇਂ ਮ੍ਰਿਗ ਹਨ, ਜਾਨਵਰ ਹਨ ਜੰਗਲ ਦੇ। ਤੇ ਕੀ ਕਰਨ ਫਿਰ ਜਦੋਂ ਅੱਗ ਲੱਗੀ ਸੰਸਾਰ ਨੂੰ? ਜੀਵ ਖਾਲਸਾ ਜੀ ਸਤ ਸੰਗਤ ਦਾ ਆਸਰਾ ਲੈਣ,
ਸਾਧ ਸੰਗਤ ਜੋ ਹੈ ਉਹ ਨਦੀ ਵਤ ਹੈ, ਜਿੱਥੇ ਨਾਮ ਰੂਪੀ ਜਲ ਭਰਿਆ ਹੋਇਆ। ਨਿਮਰਤਾ ਰੂਪੀ ਸਬਰ ਸੰਤੋਖ, ਸਤ ਸੰਤੋਖ, ਧਰਮ ਗਿਆਨ ਵਿਚਾਰ ਇਤਿਆਦਿਕ ਵਿਵੇਕ ਬੁੱਧ ਇਤਿਆਦਿਕ ਜਿਹੜੀ ਵਾ ਠੰਡੀਆਂ ਤਰੰਗਾਂ ਬੁੱਲੇ ਪਾਉਣਾ ਪ੍ਰਾਪਤ ਹੁੰਦੀਆਂ। ਇਹੋ ਜਿਹਾ ਉਪਦੇਸ਼ ਗੁਰੂ ਗਰੀਬ ਨਿਵਾਜ ਜੀਆਂ ਸਿੱਖਾਂ ਨੂੰ ਬਖਸ਼ਿਸ਼ ਕੀਤਾ। ਇਹ ਪ੍ਰਸੰਗ ਆਪਾਂ ਕੱਲ ਦੀ ਬਾਣ ਵਿੱਚ ਵਿਚਾਰਿਆ ਹੈ। ਰਾਸ ਪਹਿਲੀ ਦੇ 12 ਅੰਸੂ ਦੀ ਕੱਲ ਸਮਾਪਤੀ ਹੋਈ। ਅੱਗੇ 13ਵਾਂ ਅੰਸੂ ਜਿਹੜਾ ਹੈ ਉਹ ਪ੍ਰਾਰੰਭ ਹੁੰਦਾ ਹੈ। ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰੀਏ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੂੰ ਹਿਰਦੇ ਵਿੱਚ ਵਸਾਓ। ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਬੇਰ ਸ਼੍ਰੀ ਗੁਰ ਗਏ। ਧੰਨ ਬਾਬਾ ਰਾਮ ਕੋਇਰ ਜੀ ਉਹ ਇਤਿਹਾਸ ਸੁਣਾਉਂਦੇ। ਉਸੇ ਇਤਿਹਾਸ ਨੂੰ ਕਵੀ ਸੰਤੋਖ ਸਿੰਘ ਸਾਹਿਬ ਜੀ ਕਲਮਬੰਦ ਕਰ ਰਹੇ ਛੰਦਾਬੰਦੀ ਅੰਦਰ ਇਸ ਅੰਸੂ ਵਿੱਚ ਦੱਸ ਰਹੇ ਹੈ। ਇੱਕ ਵਾਰੀ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗ੍ਰਾਮ ਹਰੀ ਕੇ ਥਾਨ, ਮੁਕਤਸਰ ਸਾਹਿਬ ਦੀ ਧਰਤੀ ਦੇ ਲਾਗੇ ਜਿਹੜਾ ਪਾਵਨ ਪਵਿੱਤਰ ਨਗਰ ਹੈ ਹਰੀ ਕੇ, ਜਿਸ ਦਾ ਨਾਮ ਹੈ, ਇਸ ਹਰੀ ਕੇ ਨਗਰ ਨੂੰ ਸੱਚੇ ਪਾਤਸ਼ਾਹ ਜੀ ਗਏ ਹੈ। ਪ੍ਰਥਮ ਬਾਸ ਤਹਿ ਕੁਛ ਕੀਓ। ਕਵੀ ਜੀ ਕਹਿੰਦੇ ਕਿਉਂਕਿ ਕੁਝ ਸਮਾਂ ਪਹਿਲਾਂ ਸੱਚੇ ਪਾਤਸ਼ਾਹ ਜੀ ਹਰੀ ਕੇ ਨਗਰ ਵਿੱਚ ਰਹਿ ਚੁੱਕੇ ਆ। ਜਦੋਂ ਆਹ ਸਰਾਏ ਨਾਗਾ ਮੱਤੇ ਦੀ ਸਰਾਂ ਇੱਥੇ ਬਲੋਚਾਂ ਦੀ ਧਾੜ ਪਈ, ਇਹ ਜਿੰਨੇ ਸਨ ਇੱਥੋਂ ਦੇ ਲੋਕ ਮੱਤੇ ਦੀ ਸਰਾਂ ਦੇ, ਉਹ ਹਰੀ ਕੇ ਆ ਕੇ ਵਸ ਗਏ ਸੀ ਸਾਰੇ। ਤੋ ਮਹਾਰਾਜ ਵੀ ਕੁਝ ਸਮਾਂ ਤਾਂ ਰਹੇ, ਫਿਰ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਚਲੇ ਗਏ ਸੀ। ਉਸ ਸਮੇਂ ਦੀ ਉਹ ਕਵੀ ਜੀ ਦੱਸ ਰਹੇ ਟੂਕ ਮਾਤਰ ਕੇ ਕੁਝ ਸਮਾਂ ਸੱਚੇ ਪਾਤਸ਼ਾਹ ਜੀ ਇਸ ਥਾਂ ਤੇ ਪਹਿਲਾਂ ਵੀ ਰਹਿ ਕੇ ਗਏ ਆ। ਪਹੁੰਚੇ ਮੇਲੀ ਜਾਨ। ਇਹ ਸਰਾਏ ਨਾਗਾ ਦੇ ਲਾਗੇ ਖਾਲਸਾ ਜੀ ਨਗਰ ਹੈ। ਇੱਥੇ ਮੇਲੀ ਜਾਣ ਕੇ ਵੀ ਅਸੀਂ ਕੁਝ ਸਮਾਂ ਇੱਥੇ ਰਹੇ ਹਾਂ। ਸਾਡੇ ਸੱਜਣ ਪਿਆਰੇ ਬਚਪਨ ਦੇ ਉਹ ਸਾਰੇ ਲੋਕ ਇੱਥੇ ਰਹਿੰਦੇ ਆ। ਇਹ ਜਾਣ ਕੇ ਸੱਚੇ ਪਾਤਸ਼ਾਹ ਜੀ ਹਰੀ ਕੇ ਨਗਰ ਵਿੱਚ ਆਏ ਹਨ। ਚਾਪਈ ਡੇਰਾ ਕਰਿਓ ਗ੍ਰਾਮ ਤਿਸ ਜਾਏ। ਇਸ ਨਗਰ ਦੇ ਬਾਰ-ਬਾਰ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਡੇਰਾ ਕਰ ਲਿਆ ਹੈ। ਜਿਨ ਕੇ ਸੰਗ ਸਿੱਖ ਸਮੁਦਾਏ। ਤੇ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਕਾਫੀ ਸਿੱਖ ਸੰਗਤਾਂ ਵੀ ਖਡੂਰ ਸਾਹਿਬ ਤੋਂ ਚੱਲ ਕੇ ਆਈਆਂ ਹਨ। ਸੁਨ ਸੁਨ ਮਹਿਮਾ ਨਰ ਬਿਸਮਾਏ। ਜਿੰਨੇ ਲੋਕ ਹਨ ਮਾਈ ਭਾਈ ਇੱਧਰ ਇਸ ਏਰੀਏ ਦੇ, ਉਹ ਸਾਰੇ ਹੀ ਸੁਣ ਕੇ ਗੁਰੂ ਅੰਗਦ ਪਾਤਸ਼ਾਹ ਦੀ ਮਹਿਮਾ ਤੇ ਬੜੇ ਹੈਰਾਨ ਹੁੰਦੇ ਆ ਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦੂਜਾ ਸਰੂਪ ਇੱਥੇ ਆਪਣੇ ਨਗਰ ਹਰੀ ਕੇ ਆਏ ਆ, ਜਿਹੜੇ ਕਿਸੇ ਵੱਲ ਨਜ਼ਰ ਭਰ ਕੇ ਇੱਕ ਵਾਰ ਤੱਕ ਲੈਣ ਤੇ ਸਰੀਰ ਵਿੱਚ ਕੋਈ ਰੋਗ ਨਹੀਂ ਰਹਿੰਦਾ। ਇਹੋ ਜਿਹੀਆਂ ਮਹਿਮਾ ਜਿਹੜੀਆਂ ਹਨ ਵਡਿਆਈ ਕਰਦੇ ਆ ਇੱਥੋਂ ਦੇ ਲੋਕ। ਸ਼੍ਰੀ ਨਾਨਕ ਗਾਦੀ ਇਨ ਪਾਏ। ਕਹਿੰਦੇ ਆ ਕਿ ਇਹਨਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਥਾਵੇਂ ਦੂਜੇ ਥਾਂ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ। ਮੇਲੀ ਹੋਤੇ ਮਿਲੇ ਸਭ ਆਏ। ਇਸ ਕਰਕੇ ਜਿੰਨੇ ਮਹਾਰਾਜ ਨੂੰ ਜਾਣਨ ਵਾਲੇ ਸੀ ਨਾ, ਪਹਿਲਾਂ ਮਹਾਰਾਜ ਰਹਿ ਕੇ ਜੂ ਗਏ ਆ। ਇਸ ਕਰਕੇ ਸਾਰੀਆਂ ਸੰਗਤਾਂ ਉਹ ਮੇਲੀ ਜਾਣ ਕੇ ਇੱਥੇ ਰਹਿ ਕੇ ਗਏ, ਜਾਣ ਕੇ ਪਿਆਰ ਸਤਿਕਾਰ ਨਾਲ ਮਿਲਣ ਵਾਸਤੇ ਆਏ ਆ। ਕਰ ਬੰਧਨ ਬੈਠੇ ਸਮੁਦਾਏ। ਤੇ ਸਾਰੀਆਂ ਮਾਈ ਭਾਈ ਸੰਗਤਾਂ ਹਜ਼ੂਰ ਨੂੰ ਨਮਸਕਾਰਾਂ ਕਰਦੇ ਹਰੀਕਿਆਂ ਦੇ ਲੋਕ, ਤੇ ਆਣ ਆਣ ਮਹਾਰਾਜ ਦੇ ਚਰਨਾਂ ਪਾਸ ਸੰਗਤ ਵਿੱਚ ਬਹਿੰਦੇ ਜਾਂਦੇ ਹਨ। ਉਤੇ ਹਰੀ ਕੇ ਤਹਿ ਸਰਦਾਰਾ। ਇੱਥੇ ਹਰੀ ਕਾ ਨਗਰ ਦੇ ਕਾਫੀ ਜਿਹੜੇ ਵੱਡੇ ਧਨਾੜ ਸਰਦਾਰ ਸਨ। ਜਿਨ ਭੀ ਸੁਨ ਕਰ ਸੁਜਸ ਉਦਾਰਾ। ਹਰੀ ਕੇ ਦੇ ਸਰਦਾਰ ਜਾਂ ਵੱਡੇ ਘਰਾਣਿਆਂ ਨੇ ਵੀ ਜਦੋਂ ਸੁਣਿਆ ਤੇ ਮਹਾਰਾਜ ਦੇ ਦਰਸ਼ਨਾਂ ਦੀ ਅਭਲਾਖਾ ਕੀਤੀ। ਕਰਮਾਤ ਸਾਹਿਬ ਗੁਰ ਭਏ। ਤੇ ਇਹ ਵਡਿਆਈ ਕਰਦੇ ਵੈ ਵੀ ਇਹ ਗੁਰੂ ਅੰਗਦ ਪਾਤਸ਼ਾਹ ਭਾਈ ਲਹਿਣਾ ਜੀ ਹੁਣ ਗੁਰੂ ਅੰਗਦ ਥਾਪੇ ਗਏ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਤੋਂ। ਅਤੇ ਇਹ ਜਿਹੜੇ ਹਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਕਰਾਮਾਤ ਪਾਠ ਸੋਧ ਇੱਥੇ ਕਰਾਮਾਤ ਸਾਹਿਬ ਗੁਰ ਭਏ।
ਕਰਾਮਾਤ ਜਿਹੜੇ ਹਨ, ਕਰਾਮਾਤ ਵਾਲੇ ਸਾਹਿਬ ਸੁਆਮੀ ਗੁਰੂ ਹੋਏ ਹਨ। ਪੂਰਬ ਬਸਤ ਹੋਤੇ ਜੋ ਗਏ, ਤੇ ਪਹਿਲੀ ਜਿਹੜੀ ਬਸਤ ਹੋਤੇ ਪਹਿਲਾਂ ਜਿਹੜੇ ਇੱਥੇ ਹੀ ਰਹਿ ਕੇ ਗਏ, ਉਹ ਪਿੰਡ ਦੇ ਲੋਕ ਕਿਉਂ ਗੱਲਾਂ ਕਰਦੇ ਆ ਕਿ ਕਹਿੰਦੇ ਭਾਈ ਉਹੀ ਹੈ ਜਿਹੜੇ ਬੜਾ ਸਾਲ ਪਹਿਲਾਂ ਜਿਹੜੇ ਆਪਣੇ ਨਗਰ ਵਿੱਚ ਰਹਿ ਕੇ ਗਏ ਹਨ। ਮਿਲਨ ਹੇਤ ਸੋ ਭੀ ਚਲ ਆਇਓ, ਵੱਡੇ ਧਨਾੜ ਲੋਕ ਸੀ ਜਿਹੜੇ ਸਰਦਾਰ ਹਰੀਕਿਆਂ ਦੇ, ਉਹ ਵੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਨੂੰ ਪਹੁੰਚੇ ਹਨ। ਸੁਧ ਹਿਤ ਮਾਨਵ ਪ੍ਰਥਮ ਪਠਾਇਓ, ਤੇ ਇਹ ਚੌਧਰੀ ਸੀ ਇੱਥੋਂ ਦਾ ਜਿਹੜਾ ਹਰੀਕੇ ਦਾ, ਉਹਨੇ ਪਹਿਲਾਂ ਖਬਰ ਦੇਣ ਵਾਸਤੇ ਬੰਦਾ ਭੇਜਿਆ। ਉਹ ਹੰਕਾਰ ਹੈ ਨਾ ਮਨ ਵਿੱਚ ਵੱਡੇ ਹੋਣ ਦਾ, ਤੇ ਪਹਿਲਾਂ ਇੱਕ ਨੌਕਰ ਭੇਜ ਦਿੱਤਾ ਵੀ ਮਹਾਰਾਜ ਤੁਹਾਨੂੰ ਮਿਲਣ ਵਾਸਤੇ ਹਰੀਕਿਆਂ ਦੇ ਸਰਦਾਰ ਆ ਰਹੇ ਹਨ। ਸ਼੍ਰੀ ਅੰਗਦ ਤਿਨ ਹਕੀਕਤ ਜਾਨੀ, ਤੇ ਗਰੀਬ ਨਵਾਜ ਜਾਣਦੇ ਆ ਵੀ ਇਹ ਹੰਕਾਰੀ ਲੋਕ ਹਨ, ਅਧਿਕ ਪਦਾਰਥ ਤੇ ਵੱਡ ਮਾਨੀ। ਵੀ ਇਹਨਾਂ ਸਰਦਾਰਾਂ ਹਰੀਕਿਆਂ ਦਿਆਂ ਨੂੰ ਆਪਦੇ ਕੋਲ ਜ਼ਮੀਨ ਜਾਇਦਾਦ ਬਹੁਤੀ ਵਿਭੂਤੀ ਹੋਣ ਕਰਕੇ ਮਾਣ ਹੈ, ਹੰਕਾਰ ਹੈ। ਜਾਂ ਤੇ ਏਕ ਪੰਘੂਰਾ ਲਿਆਵੋ, ਤੇ ਇਸ ਕਰਕੇ ਮਹਾਰਾਜ ਨੇ ਕੋ ਪੀੜਾ ਮੰਗਾ ਲਿਆ ਉਹਨਾਂ ਦੇ ਬਹਿਣ ਵਾਸਤੇ। ਉਹ ਸੰਗਤ ਤਾਂ ਹੇਠਾਂ ਹੀ ਬਹਿੰਦੀ ਸੀ ਸਾਰੀ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਰਿਆਦਾ ਪੁਰਸ਼ੋਤਮ ਵੈ, ਇਹ ਹੈ ਹੰਕਾਰੀ ਸੀ। ਤੇ ਮਹਾਰਾਜ ਜੀਆਂ ਨੇ ਫਿਰ ਵੀ ਇਹਨਾਂ ਦਾ ਮਾਣ ਵੀ ਇਹ ਨਗਰ ਵਿੱਚ ਰਹਿੰਦੇ, ਇਹਨਾਂ ਦਾ ਸਤਿਕਾਰ ਬਣਿਆ ਰਵੇ ਨਗਰ ਵਿੱਚ। ਹਜ਼ੂਰ ਨੇ ਛੋਟਾ ਪੀੜਾ ਮੰਗਵਾ ਲਿਆ ਹਰੀਕਿਆਂ ਦੇ ਚੌਧਰੀ ਦੇ ਬਹਿਣ ਵਾਸਤੇ, ਤਿਸ ਬੈਠਣ ਕੇ ਹੇਤ ਦਸਾਵੋ, ਵੀ ਤਾਂ ਕਿ ਉਹ ਚੌਧਰੀ ਆਵੇ ਤੇ ਚਲ ਸੰਗਤ ਵਿੱਚ ਉਹਨੇ ਬਹਿਣਾ ਨਹੀਂ, ਕਿਉਂਕਿ ਹੰਕਾਰੀ ਆ, ਨੀਵੇਂ ਥਾਂ ਉਸ ਹੱਥੋਂ ਬਹੇਗਾ ਨਹੀਂ। ਇਸ ਕਰਕੇ ਚੋਲਾ ਮੰਜੇ ਤੇ ਪੀੜੇ ਤੇ ਬੈਠ ਜਾਵੇਗਾ। ਦਾਸ ਆਣ ਤਤਕਾਲ ਵਿਛਾਵਾ, ਤੇ ਆ ਲਿਆ ਕੇ ਸਿੱਖਾਂ ਨੂੰ ਹੁਕਮ ਕੀਤਾ। ਸਿੱਖਾਂ ਨੇ ਝਾਟੀ ਮਹਾਰਾਜ ਦਾ ਹੁਕਮ ਮੰਨ ਕੇ ਉਹ ਜਿਹੜਾ ਵਾ ਪਲੰਗਾ ਸੁੰਦਰ ਵਿਛਾ ਦਿੱਤਾ ਚੌਧਰੀ ਵਾਸਤੇ। ਇਤਨੇ ਮਹਿ ਚੱਲ ਕਰ ਸੋ ਆਵਾ, ਇੰਨੀ ਦੇਰ ਨੂੰ ਜਿਹੜਾ ਚੌਧਰੀ ਆ ਉਹ ਵੀ ਚੱਲ ਕੇ ਮਹਾਰਾਜ ਪਾਸ ਆ ਗਿਆ ਹੈ। ਕੇਚਕ ਸੰਗ ਲੋਕ ਤਹ ਆਏ, ਚੌਧਰੀ ਦੇ ਨਾਲ ਕਿੰਨੀਆਂ ਕੋ ਉਹਦੇ ਆਪਦੇ ਕੁਝ ਦਾਸ ਨੌਕਰ ਤੇ ਪਿੰਡ ਦੇ ਲੋਕ ਹਨ। ਸਭਨ ਦੇਖ ਕੈ ਸੀਸ ਨਿਵਾਏ, ਤੇ ਸਾਰਿਆਂ ਨੇ ਵੇਖ ਵੇਖ ਗੁਰੂ ਅੰਗਦ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਨਾਲ ਸੀਸ ਨਵਾਏ ਆ। ਸਭ ਨੇ ਮਹਾਰਾਜ ਨੂੰ ਮੱਥਾ ਟੇਕਿਆ ਹੈ। ਤਿਨ ਮਹਿਮਾਨੀ ਜੋ ਸਰਦਾਰ, ਪਰ ਕਵੀ ਜੀ ਕਹਿੰਦੇ ਇਹਨਾਂ ਦੇ ਵਿੱਚ ਜਿਹੜਾ ਸਰਦਾਰ ਸੀਗਾ ਬੜਾ ਹੰਕਾਰੀ ਚੌਧਰੀ ਹਰੀਕੇ ਦਾ, ਨਹੀਂ ਪੰਘੂਰੇ ਦੇਸ ਭਗ ਧਾਰ। ਉਹਨੇ ਉਹ ਜਿੱਥੇ ਦੇ ਵਾਸਤੇ ਆਸਣ ਡਾਇਆ ਸੀ ਸੰਗਤਾਂ ਜੀ ਬਹਿ ਗਈਆਂ ਜਿਹੜੇ ਆਮ ਇਹਦੇ ਨਾਲ ਆਏ ਸੀ ਪਿੰਡ ਦੇ ਲੋਕ, ਕੁਝ ਸੈਨਿਕ ਸੇਵਕ। ਪਰ ਇਹ ਜਿਹੜਾ ਚੌਧਰੀ ਆ ਹੰਕਾਰ ਦਾ ਮਾਰਿਆ ਨੂੰ ਪਤਾ ਲੱਗ ਗਿਆ, ਉਹ ਮੰਜਾ ਮੇਰੇ ਵਾਸਤੇ ਡਾਇਆ, ਪਰ ਉਹ ਮਹਾਰਾਜ ਆਪ ਜੋ ਸਿੰਘਾਸਣ ਤੇ ਬੈਠੇ ਵੱਡੇ ਪਲੰਗੇ ਤੇ ਇਹਨੇ ਉਹ ਮੰਜਾ ਜਿਹੜਾ ਡਾਇਆ ਸੀ ਇਹਦੇ ਵਾਸਤੇ ਉਹਦੇ ਵੱਲ ਪੈਰ ਨਹੀਂ ਮੋੜਿਆ। ਸ਼੍ਰੀ ਗੁਰ ਤਰੇ ਪ੍ਰਿਅੰਕ ਨਿਹਾਰਾ, ਤੇ ਇਹਨੇ ਫਿਰ ਵੇਖਿਆ ਵੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਆਪ ਤਾਂ ਪਲੰਗ ਤੇ ਬੈਠੇ ਹੋਏ ਆ, ਤਰੇ ਨਾ ਬੈਠਾ ਏਮ ਜਿ ਧਾਰਾ। ਤੇ ਮਨ ਚ ਵਿਚਾਰਿਆ ਵੀ ਮੈਂ ਇਹਨਾਂ ਦੇ ਸਾਹਮਣੇ ਹੁਣ ਮੰਜੇ ਤੇ ਨੀਵੇਂ ਥਾਂ ਕਿਉਂ ਬੈਠਾ, ਜਾਂ ਮੈਂ ਸੰਗਤ ਵਿੱਚ ਨੀਵੇਂ ਥਾਂ ਨਹੀਂ ਬਵਾਂਗਾ। ਜਾਏ ਸਿਰਾਨੇ ਕੀ ਦਿਸ ਬੈਠਾ, ਤੇ ਹੰਕਾਰੀ ਜਿਹੜਾ ਨਾ ਉੱਠ ਇਥੋਂ ਤੁਰਿਆ ਆਇਆ ਤੇ ਗੁਰੂ ਅੰਗਦ ਪਾਤਸ਼ਾਹ ਦੇ ਸਰਾਣੇ ਵਾਲੇ ਪਾਸੇ ਜਾ ਬੈਠਾ। ਸਰਦਾਰੀ ਕੇ ਮਾਣ ਅਮੈਠਾ, ਮਾਣ ਸੀ ਨਾ ਸਰਦਾਰੀ ਦਾ ਦੇ ਵਿੱਚ ਬਹੁਤ ਵੀ ਅਸੀਂ ਹਰੀਕੇ ਦੇ ਸਰਦਾਰ ਹੁੰਨੇ ਆ। ਮੂਰਖ ਨਹਿ ਜਾਨੀ ਵਡਿਆਈ, ਪਰ ਮੂਰਖ ਸੀ ਇਹਨੇ ਜਾਣੀ ਨਹੀਂ ਵੀ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦੂਜਾ ਸਰੂਪ ਹਨ। ਮੈਂ ਸਰਦਾਰ ਲਖ ਹੈ ਗਰਬਾਈ, ਪਰ ਬਸ ਇਸੇ ਹੰਕਾਰ ਵਿੱਚ ਮਰਿਆ ਹੋਇਆ ਕਿ ਮੈਂ ਇਸ ਇਥੋਂ ਦਾ ਸਰਦਾਰ ਤੇ ਸਾਰਿਆਂ ਤੋਂ ਵੱਡਾ ਧਨਾੜ ਹਾਂ। ਸ਼੍ਰੀ ਗੁਰ ਪੇਖ ਤੁਸ ਨਹੀਂ ਠਾਨੀ, ਤੇ ਗਰੀਬ ਨਵਾਜ ਬੋਲੇ ਕੁਝ ਨਹੀਂ, ਨਿਮਰਤਾ ਦੇ ਪੁੰਜ ਸਨ। ਜਦੋਂ ਇਹ ਮਹਾਰਾਜ ਦੇ ਸਰਾਣੇ ਵਾਲੇ ਪਾਸੇ ਆ ਕੇ ਬਹਿ ਗਿਆ ਚੌਧਰੀ, ਹਜ਼ੂਰ ਚੁੱਪੀ ਰਹੇ, ਬੋਲੇ ਕੁਝ ਨਾ। ਮੇਲੀ ਜਾਨ ਨਾ ਕਛੂ ਬਖਾਨੀ, ਤੇ ਜਾਣਿਆ ਮਹਾਰਾਜ ਨੇ ਚਲੋ ਫਿਰ ਵੀ ਅਸੀਂ ਇੱਥੇ ਸਮਾਂ ਰਹਿ ਕੇ ਗਏ ਆ, ਆਪਦਾ ਮੇਲੀ ਮਿਲ ਵਰਤਨ ਵਾਲਾ ਆਪਦੇ ਮੂੰਹ ਮੱਥੇ ਲੱਗਦਾ ਜਾਣ ਕੇ ਸਤਿਗੁਰੂ ਜੀ ਚੁੱਪ ਰਹੇ ਆ। ਬੈਠ ਘਰੀ ਕਰ ਗਮਨਿਓ ਮੂਢ, ਇੱਕ ਘੜੀ ਹੈ ਮੂਰਖ ਜਿਹੜਾ ਚੌਧਰੀ ਮਹਾਰਾਜ ਦੇ ਸਰਾਣੇ ਵਾਲੇ ਪਾਸੇ ਬੈਠਾ। ਮਹਾਰਾਜ ਚੁੱਪ ਰਹੇ, ਉੱਠ ਕੇ ਉਵੇਂ ਫਿਰ ਆਪਦੇ ਘਰ ਨੂੰ ਜਾ ਪਹੁੰਚਿਆ, ਨਗਰ ਆਪਦੇ ਘਰ ਚਲਾ ਗਿਆ ਹੈ। ਮਹਿਮਾ ਲਖੀ ਨਾ ਗੁਣ ਗਨ ਗੂੜ, ਤੇ ਇਹ ਹੰਕਾਰ ਦੇ ਵਿੱਚ ਡੁੱਬੇ ਹੋਏ ਗੂੜੇ ਰੰਗੇ ਹੋਏ ਨੇ। ਮਹਿਮਾ ਇਹਨਾਂ ਜਾਣੀ ਵੀ ਸਾਡੇ ਨਗਰ ਕੌਣ ਆਇਆ।
ਇਥੇ ਜਿਸ ਨਾਲ ਹੁਕਮ ਨਾ ਚੱਲਈ ਨਾ ਖਸਮ ਹੁਕਮ ਨਾ ਚੱਲਈ ਨਾਲ ਖੜਾ ਕੀਚੇ ਅਰਦਾਸ। ਤੋ ਸੱਚੇ ਪਾਤਸ਼ਾਹ ਨਾਨਕ ਹੁਕਮ ਨਾ ਚੱਲਈ ਨਾਨਕ ਨਾਲ ਖਸਮ ਚੱਲੇ ਅਰਦਾਸ। ਤੋ ਇਹੋ ਜਿਹੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਦੇ ਬਾਰੇ ਨਹੀਂ ਜਾਣਿਆ ਹੰਕਾਰੀ ਨੇ ਵੀ ਕੀ ਇਹਨਾਂ ਦੀ ਮਹਿਮਾ ਹੈ, ਇਹ ਕੀ ਮੈਨੂੰ ਦੇ ਸਕਦੇ ਆ। ਇੱਕ ਘੜੀ ਬੈਠਾ ਤਾਂ ਰਹਿਆ ਪਰ ਉੱਠ ਕੇ ਚਲਾ ਗਿਆ ਹੈ। ਪਿੱਛੇ ਸਿੱਖਿਆ ਨ ਗੁਰ ਸੰਗ ਕਹਿਓ। ਤੇ ਜਦੋਂ ਇਹ ਉੱਠ ਕੇ ਚਲ ਗਿਆ ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਮਹਾਰਾਜ ਦੇ ਸਿੱਖ ਕਹਿੰਦੇ ਸਤਿਗੁਰਾਂ ਨੂੰ, ਇਹੋ ਤੋ ਆਤ ਮੂਰਖ ਹੀ ਲਹਿਓ। ਕਹਿੰਦੇ ਮਹਾਰਾਜ ਅਸੀਂ ਤਾਂ ਵੇਖਿਆ ਵੀ ਆ ਚੌਧਰੀ ਪਿੰਡ ਦਾ ਬੜਾ ਹੀ ਮੂਰਖ ਨਿਕਲਿਆ ਹੈ। ਉਚਿਤ ਅਵਨ ਪਰ ਬੈਠਣ ਇਹਾਂ। ਤੇ ਮਹਾਰਾਜ ਜੀ ਇਹਨੇ ਧਰਤੀ ਤੇ ਬਹਿਣਾ ਜਿਹੜਾ ਵਾ ਉਚਿਤ ਨਹੀਂ ਜਾਣਿਆ, ਚੰਗਾ ਨਹੀਂ ਸਮਝਿਆ, ਥੱਲੇ ਬੈਠਣਾ ਸੰਗਤ ਵਿੱਚ। ਪੁਨ ਨਾ ਪੰਘੂਰੇ ਕੀ ਦਿਸ ਲਹਾ। ਤੇ ਥੱਲੇ ਕੀ ਬਹਿਣਾ ਸੀ ਇਹਦੇ ਵਾਸਤੇ ਜਿਹੜਾ ਵਾ ਪੀੜਾ ਵੀ ਡਾਹਿਆ। ਪਰ ਮਹਾਰਾਜ ਏਡਾ ਹੰਕਾਰੀ ਇਹਨੇ ਤਾਂ ਵੇਖਿਆ ਤੱਕ ਨਹੀਂ ਮੰਜੇ ਵੱਲ। ਬਰਜਤ ਜਾਏ ਸਿਰਾਨੇ। ਸਾਡੇ ਰੋਕਦਿਆਂ ਹੀ ਤੁਹਾਡੇ ਸਰਾਣੇ ਵੱਲ ਜਾ ਬੈਠਾ। ਬੈਠਿਓ ਕੁਛ ਨਾ ਅਦਾਇਬ ਜਾਣੇ। ਇਸ ਪ੍ਰਕਾਰ ਬਹਿ ਗਿਆ ਤੇ ਅਦਾਇਬ ਜਾਣੇ, ਤੁਹਾਡਾ ਕੋਈ ਅਦਬ ਨਹੀਂ ਜਾਣਿਆ, ਸਤਕਾਰ ਨਹੀਂ ਇਹਨੇ ਜਾਣਿਆ ਹੈ ਵੀ ਇਹਨਾਂ ਦੇ ਸਰਾਣੇ ਵੱਲ ਕਿਉਂ ਬੈਠਣਾ ਹੈ। ਸੁਣ ਸ੍ਰੀ ਅੰਗਦ ਸਹਿਜ ਸੁਭਾਏ। ਸੁਣ ਕੇ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਸਿੱਖਾਂ ਪਾਸੋਂ ਬੇਨਤੀ ਸੁਣੀ। ਸਹਿ ਸੁਭਾਏ ਗੁਰੂ ਗਰੀਬ ਨਵਾਜ ਬੋਲੇ ਐ। ਬਾਕ ਬਖਾਨਿਓ ਸਭੇ ਨੇ ਸੁਣਾਏ। ਸਾਰਿਆਂ ਨੂੰ ਸੁਣਾ ਕਰਕੇ ਸੱਚੇ ਪਾਤਸ਼ਾਹ ਜੀਆਂ ਬਚਨ ਕੀਤਾ। ਪਲੰਘ ਪੰਘੂਰਾ ਕਛੂ ਨਾ ਰਹਿਓ। ਮਹਾਰਾਜ ਕਹਿੰਦੇ ਦਾ ਪਲੰਗਾ ਭੰਗੂੜਾ ਭਾਵ ਕੇ ਪਲੰਘ ਕਹੀਆ ਸੰਘਾਸਣ ਤੇ ਭੰਗੂੜਾ ਮਹਿਲ ਆਦਿਕ ਜਿੰਨੇ ਦੇ ਪਿੰਡ ਰਾਜ ਨੇ ਕੱਖ ਨਹੀਂ ਰਹਿਣਾ ਹੈ। ਅਬ ਤੇ ਇਨਕੋ ਸਭ ਕਿਛ ਦਹਿਓ। ਸਮਝੋ ਵੀ ਹੁਣ ਤੋਂ ਇਹਨਾਂ ਇਸ ਚੌਧਰੀ ਦਾ ਸਾਰਾ ਕੁਝ ਹੀ ਨਾਸ਼ ਹੋ ਗਿਆ। ਰਾਜ ਭਾਗ ਨਾ ਪਲੰਗ ਰਹਿਣਾ ਨਾ ਭੰਗੂੜਾ ਮੰਜਾ ਰਹਿਣਾ ਇਹਦੇ ਘਰ ਵਿੱਚ। ਕਰਨ ਬੇਅਦਬੀ ਵੱਡਿਆਂ ਨਕੇਰੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਤਖਤ ਦੀ ਇਹ ਬੇਦਬੀ ਜਿਹੜੀ ਵਾ ਮਨ ਵਿੱਚ ਕਰਨ ਦੀ ਧਾਰੀ ਹੈ। ਨਾਸ਼ ਦੇਤ ਕਰ ਵੱਡਿਆਂ ਵਡੇਰੀ। ਤੇ ਇਸ ਪ੍ਰਕਾਰ ਜਿਹਨੂੰ ਵੱਡਿਆਂ ਤੋਂ ਵੱਡੇ ਵੀ ਜਿਹੜੇ ਝੁਕਦੇ ਹਨ। ਵੱਡਿਆਂ ਠਾਨ ਹੈ ਸਨਮਾਨਾ। ਜਿਹੜੇ ਵੱਡਿਆਂ ਦਾ ਸਨਮਾਨ ਕਰਦੇ ਆ, ਸਤਿਕਾਰ ਕਰਦੇ ਹਨ। ਸੋ ਜਾਨਹ ਇਹੋ ਹੋਏ ਮਹਾਨਾ। ਉਹ ਜਾਣੋ ਵੀ ਸੰਸਾਰ ਵਿੱਚ ਮਹਾਨ ਵੱਡੇ ਆਪਸ ਕਉ ਜੋ ਜਾਣੈ ਨੀਚਾ ਸੋ ਗਣੀਆਂ ਸਭ ਤੇ ਉੱਚਾ। ਮਹਾਰਾਜ ਕਹਿੰਦੇ ਉਹ ਸਾਰਿਆਂ ਤੋਂ ਵੱਡੇ ਹੁੰਦੇ ਆ ਜਿਹੜੇ ਵੱਡਿਆਂ ਦਾ ਸਤਿਕਾਰ ਕਰਦੇ, ਆਪਦੇ ਆਪ ਨੂੰ ਨੀਵਾਂ ਜਾਣ ਕੇ। ਤਬ ਤੇ ਘਟਤ ਘਟ ਗਏ। ਕਵੀ ਜੀ ਕਹਿੰਦੇ ਉਹ ਦਿਨ ਪਵੇ ਦਿਨ ਬਾ ਦਿਨ ਇਹ ਚੌਧਰੀ ਹਰੀਕਿਆਂ ਦਾ ਰਾਜ ਭਾਗ ਘਟਣਾ ਸ਼ੁਰੂ ਹੋ ਗਿਆ, ਨਾਸ਼ ਹੋਣ ਲੱਗ ਗਿਆ ਹੈ। ਨਹੀਂ ਉਕਸੇ ਸੋ ਬਿਨਾਸੀ ਭਏ। ਤੇ ਕੁਝ ਨਹੀਂ ਰਹਿ ਗਿਆ ਇਹਦੇ ਪੱਲੇ, ਜੋ ਕੁਝ ਸੀਗਾ ਉਹ ਸਭ ਜੋ ਹੈ ਉਹ ਉੱਚੇ ਨਾ ਹੋਏ। ਭਾਵ ਕਿ ਜਿਹੜਾ ਹੈ ਸੀ ਇਹਦੇ ਕੋਲ ਉੱਚੇ ਅਹੁਦੇ, ਜੋ ਵੀ ਇਹਦੇ ਘਰ ਵਿੱਚ ਸੰਪਤ ਸੀਗੀ ਉਹ ਸਾਰੀ ਨਾਸ਼ ਹੋਣੀ ਸ਼ੁਰੂ ਹੋ ਗਈ। ਇਸ ਪ੍ਰਕਾਰ ਗੁਰ ਫੇਰਾ ਪਾਏ। ਇਹੋ ਜੀ ਹਾਲਤ ਇਸ ਚੌਧਰੀ ਦੀ ਹੋਈ। ਤੋ ਖਾਲਸਾ ਜੀ ਇਹ ਵੇਖੋ ਜਿਹੜੇ ਮਹਾਰਾਜ ਦੇ ਬਰਾਬਰ ਹੁਣ ਵੀ ਇੱਥੇ ਕੁਰਸੀਆਂ ਲਾ ਬਹਿੰਦੇ ਆ, ਚੌਧਰੀ ਦਾ ਵੇਖੋ ਮਹਾਰਾਜ ਦੇ ਬਚਨਾਂ ਸਦਕਾ ਕੀ ਹਾਲ ਹੋਇਆ। ਇਤਿਹਾਸ ਤੋਂ ਜਿਹੜੀ ਵਾ ਉਹ ਕੇਵਲ ਸੁਣਨਾ ਨਹੀਂ, ਸਿੱਖਿਆ ਲੈਣੀ ਚਾਹੀਦੀ ਹੈ। ਪਰ ਅਫਸੋਸ ਦੀ ਗੱਲ 10 ਪਾਤਸ਼ਾਹੀਆਂ ਜੇ ਪਾਵਨ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਹੀ ਸਰੂਪ ਹਨ। ਇਹਨਾਂ ਦੇ ਅੱਗੇ ਖਾਲਸਾ ਜੀ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਲਾ ਕੇ ਬਹਿਣਾ, ਘਰਾਂ ਵਿੱਚ ਅਖੰਡ ਪਾਠ ਹੋਣੇ, ਭੋਗਾਂ ਦੇ ਅਰਦਾਸਾਂ, ਉੱਥੇ ਖਾਲਸਾ ਜੀ ਪੰਡਾਲਾਂ ਦੇ ਵਿੱਚ ਕੁਰਸੀਆਂ ਲਾ ਜਿਹੜੇ ਬਹਿੰਦੇ ਆ ਉਹਨਾਂ ਦਾ ਕੀ ਹਾਲ ਹੋਵੇਗਾ। ਆ ਚੌਧਰੀ ਨੇ ਕੁਰਸੀ ਲਾਈ ਜਾਂ ਉਹ ਮਹਾਰਾਜ ਦੇ ਸਰਾਣੇ ਵਾਲੇ ਪਾਸੇ ਆਣ ਬੈਠਾ ਸੀ, ਬਰਾਬਰ ਵੀ ਮਹਾਰਾਜ ਬਿਠਾਉਂਦੇ ਸੀ ਪਰ ਉੱਥੇ ਨਾ ਬੈਠਾ, ਸਰਾਣੇ ਵੱਲ ਪਾਸੇ ਆਣ ਚੜਿਆ। ਉਹਦੀ ਇਹੋ ਜਿਹੀ ਹਾਲਤ ਹੋਈ, ਘਰ ਵਿੱਚ ਕੱਖ ਨਾ ਰਿਹਾ, ਦਰ ਮੰਗਣ ਭੇਖਣਾ ਪਾਏਂਦਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ। ਇਹੋ ਜਿਹੇ ਦਇਆ ਕੇ ਨਿਧ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਖਾਲਸਾ ਜੀ ਗੁਰੂ ਦਾ ਸ਼ਰੀਕ ਬਣਦਾ ਹੈ ਉਹਨੂੰ ਖਾਲਸਾ ਜੀ ਨਾ ਇਸ ਲੋਕ ਵਿੱਚ ਢੋਈ ਨਾ ਉਹ ਪਰਲੋਕ ਵਿੱਚ ਕਿਤੇ ਢੋਈ ਮਿਲਦੀ ਹੈ। ਤੋ ਇਸ ਕਰਕੇ ਇਹ ਮਨ ਵਿੱਚ ਜਿਹੜਾ ਵਾ ਪ੍ਰਣ ਕਰਨਾ ਚਾਹੀਏ ਕਿ ਮਹਾਰਾਜ ਤੋਂ ਸੱਚੇ ਪਾਤਸ਼ਾਹ ਜੀਆਂ ਦੇ ਤਾਂ ਚਰਨੀ ਲੱਗਿਆ ਹੀ ਸੋਹੰਦਾ ਹੈ।
ਆਪਸ ਕਉ ਜੋ ਜਾਣੈ ਨੀਚਾ। ਗੁਰੂ ਕੇ ਦਰਬਾਰ ਵਿੱਚ ਜਿਹੜਾ ਵੀ ਖਾਲਸਾ ਜੀ ਨੀਵਾਂ ਹੋ ਆਉਂਦਾ ਸੋ ਗਨੀਐ ਸਭ ਤੇ ਉੱਚਾ। ਉਹ ਜਿਹੜਾ ਵੈ ਉਹ ਆਤਮਿਕ ਤੌਰ ਤੇ ਵੀ ਉੱਚਾ ਹੈ, ਨਿਵੇ ਸੋ ਗੌਰਾ ਹੋਏ। ਜਿਵੇਂ ਤੱਕੜੀ ਜਿਹੜੇ ਪਾਸਿਓਂ ਝੁਕਦੀ ਨੀਵੀਂ ਹੁੰਦੀ ਉਹ ਪਾਸਾ ਭਾਰਾ ਜਿਹੜਾ ਵੈ ਉਹ ਹੁੰਦਾ ਹੈ। ਤੋ ਫਿਰ ਸੰਸਾਰ ਤੌਰ ਤੇ ਵੀ ਦੌਲਤ ਸ਼ੌਹਰਤ ਸੋਭਾ ਵੱਧਦੀ ਮਹਾਰਾਜ ਦੇ ਚਰਨੀ ਲੱਗਣ ਵਾਲਿਆਂ ਦੀ। ਇੱਥੇ ਮੰਗਤੇ ਬਣਾਂਗੇ, ਕਿਸੇ ਅੱਗੇ ਹੱਥ ਨਹੀਂ ਅੱਡਣਾ ਪੈਂਦਾ। ਇੱਥੇ ਜਿਹੜਾ ਰਾਜਾ ਬਣਦਾ ਖਾਲਸਾ ਜੀ ਫਿਰ ਬਾਹਰ ਸੰਸਾਰ ਤੋਂ ਮੰਗਦਾ ਫਿਰਦਾ। ਇਸ ਕਰਕੇ ਮਨ ਵਿੱਚ ਇੱਛਾ ਸ਼ਰਧਾ ਰੱਖਣੀ ਚਾਹੀਏ ਕਿ ਅਸੀਂ ਕਦੇ ਮਹਾਰਾਜ ਦੇ ਬਰਾਬਰ। ਠੀਕ ਹੈ, ਸਰੀਰ ਦੀ ਖਾਲਸਾ ਜੀ ਕਈ ਵਾਰੀ ਹਾਲਤ ਹੈ, ਪਰ ਬੜੇ ਤਰੀਕੇ ਢੰਗ ਹੁੰਦੇ ਬਹਿਣ ਦੇ। ਜੇ ਲੱਤਾਂ ਨਹੀਂ ਕੰਮ ਕਰਦੀਆਂ, ਕੰਧ ਨਾਲ ਢੋਲਾ ਕਰਕੇ ਇੱਕ ਪਾਸੇ ਨੂੰ ਮਹਾਰਾਜ ਤੋਂ ਦੂਸਰੇ ਪਾਸੇ ਥੋੜਾ ਜਿਹਾ ਪੈਰ ਕਿਸੇ ਵੇਲੇ ਪਸਾਰ ਲੈਣੇ, ਇਕੱਠੇ ਕਰ ਲਏ। ਕਿਉਂਕਿ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਸੰਗਤ ਖਾਲਸਾ ਜੀ ਨਾਮ ਕਹਿੰਦਾ ਮਸ਼ੱਕਤ ਦਾ, ਮਿਹਨਤ ਦਾ ਨਾਮ ਸੰਗਤ ਹੈ। ਜੇ ਕੁਰਸੀ ਤੇ ਬੈਠੇ ਕੁਝ ਖਾਲਸਾ ਦੀ ਪ੍ਰਾਪਤੀ, ਫਿਰ ਜਿੰਨੇ ਮਰਜੀ ਘਰੇ ਆਸਣ ਸੋਹਣੇ ਸੋਫਿਆਂ ਤੇ ਬੈਠ ਬੈਠ ਕੇ, ਪੱਖੇ ਵੀ ਘਰੇ ਏਸੀ ਵੀ ਹੈ, ਉਥੇ ਕਿਉਂ ਨਹੀਂ ਨਾਮ ਜਪਿਆ ਜਾਂਦਾ? ਕਿਉਂ ਅਸੀਂ ਸੰਗਤ ਵਿੱਚ ਆਉਣੇ? ਇੱਥੇ ਖਾਲਸਾ ਜੀ ਨੀਵੇਂ ਹੋਣ ਵਾਸਤੇ ਆਉਣੇ ਆ। ਤੋ ਇਸ ਪ੍ਰਕਾਰ ਗੁਰੂ ਗਰੀਬ ਨਵਾਜ ਦੇ ਸਰਾਣੇ ਬੈਠਾ ਚੌਧਰੀ, ਤੋ ਉਹਦੀ ਸੰਪਤ ਕੁਝ ਸਮੇਂ ਵਿੱਚ ਹੀ ਨਾਸ਼ ਹੋਈ। ਫੇਰਾ ਪਾ ਕੇ ਹਰੀਕੇ ਨਗਰ ਵਿੱਚ ਕੁਝ ਦਿਨ ਰਹੇ ਸੱਚੇ ਪਾਤਸ਼ਾਹ ਜੀ। ਇਥੋਂ ਫਿਰ ਮਹਾਰਾਜ ਜੀ ਫਿਰ ਵਾਪਸ ਅੱਗੇ ਚਲੇ ਗਏ ਆ।